769 ਤੇ ਤੁਸੀਂ ਇਸ ਵਕਤ ਡਲਸਨ ਸਲਿਸਟਰ ਦਾ ਪ੍ਰੋਗਰਾਮ ਲੀਗਲ ਗਾਈਡੈਂਸ ਦੇਖ ਰਹੇ ਹੋ। ਲੀਗਲ ਗਾਈਡੈਂਸ ਪ੍ਰੋਗਰਾਮ ਹਰ ਹਫਤੇ ਤੁਹਾਡੀ ਸੇਵਾ ਦੇ ਵਿੱਚ ਪੇਸ਼ ਕੀਤਾ ਜਾਂਦਾ ਹੈ, ਸਿਰਫ ਇਸ ਕਰਕੇ ਕਿ ਤੁਹਾਨੂੰ ਕੋਈ ਬਰਗਲਾਏ ਨਾ, ਕੋਈ ਗਲਤ ਪਾਸੇ ਤੁਹਾਨੂੰ ਲੈ ਕੇ ਜਾਏ ਨਾ। ਡਲਸਨ ਸਲਿਸਟਰ ਦੀ ਮਾਹਿਰ ਵਕੀਲ ਦਲਜੀਤ ਜੀ ਹਮੇਸ਼ਾ ਦੀ ਤਰ੍ਹਾਂ ਅੱਜ ਵੀ ਤੁਹਾਡੇ ਨਾਲ ਹੈ। वकील दलजीत जी जो अपना प्रोफैशन है उन्होंने एक प्रोफैशन की तरह नहीं बल्कि एक पैशन की तरह लैके भी चलती हैं और लॉकडाउन के दौरान भी ये तुहाडी सेवा दे विच हाजिर हुई हैं। इन्हों मिलन वास्ते जड़े 3 जगहों ते तुसीं पहले जाते होंदे सी कम्यूनिटी सेंटर्स से कोविड करके उत्थे नहीं जा सकते, इन्हों मिलन के हुण 2 रस्ते हैं। पहला रस्ता तो यह है कि तुसीं संगत टेलीविजन ते जो रिसैप्शन है उत्थे टेलीफोन कर सकते हो। उत्थे जो रिसैप्शनिस्ट हैं उन्होंने कोल तुसीं अपना टेलीफोन नंबर और अपना नाम छोड़ सकते हो। ਉਹਦੇ ਬਾਅਦ ਇੱਥੇ ਸਕਰੀਨ ਤੇ ਇੱਕ WhatsApp ਦਾ ਟੈਲੀਫੋਨ ਨੰਬਰ ਆ ਰਿਹਾ, ਉਹਦੇ ਤੇ ਤੁਸੀਂ ਟੈਲੀਫੋਨ ਕਰ ਸਕਦੇ ਹੋ, ਉਹਦੇ ਤੇ ਤੁਸੀਂ ਆਪਣਾ ਮੈਸੇਜ ਵੀ ਛੋੜ ਸਕਦੇ ਹੋ। ਉਹਦੇ ਇਲਾਵਾ ਤੁਸੀਂ ਇਹਨਾਂ ਦੇ ਆਫਿਸ ਵੀ ਜਾ ਸਕਦੇ ਹੋ ਜਿਹਦਾ ਕਿ ਐਡਰੈਸ ਹੈ 17 ਸਕੂਲ ਰੋਡ ਹਾਲ ਗ੍ਰੀਨ ਬਰਮਿੰਘਮ, Monday to Friday 9 o'clock till 5 o'clock। और ये जो प्रोग्राम है तुहाडी गाइडेंस वास्ते पेश किया जाता है ताकि कानून का हर पहलू तुहानू पता होवे। और जिहड़ी अज गल की गई है हो सकता है कि वो अगले हफ्ते लागू ना होवे क्योंकि जो कानून है बहुत जल्दी जल्दी बदलते रहते हैं। इस करके जदों भी तुसी ये प्रोग्राम देखो वो प्रोग्राम के बाद अगला प्रोग्राम भी ज़रूर देखा करो। और जदों भी तुसी ये प्रोग्राम नू फेसबुक ते देखो इनू ज़रूर शेयर करा करो और ये प्रोग्राम नू तुसी फिर यूट्यूब ते भी देख सकते हैं। एंड स्काई चैनल 769 ते संगत टेलीविजन जदों तुसी देखते हो तो ऑफकोर्स तुसी चंगी संगत दे विच हुंदे हो। वकील साहब सत श्री अकाल। सत श्री अकाल विक्की, सत श्री अकाल। तुहाडी सेहत कैसी है? ठीक है विक्की, बिल्कुल ठीक है, थैंक यू। शुरुआत करते हैं तलाकां दे नाल। जी ਅਸੀਂ ਚਾਹੁੰਦੇ नहीं किसी का भी तलाक होवे पर जड़े लोग इस मुश्किल समय दे ना विचों गुजर रहे हैं तुसी इस प्रोग्राम नू देखो और किसी परेशानी च ना रहो। तलाक कौन लोग ले सकते? विक्की तलाक कोई भी ले सकता है एज लॉन्ग एज उन्हां दी मैरिज होई नू 1 साल हो गया होवे। अच्छा जी, ठीक है। सुनिया तलाक लेना बहुत महंगा पैंदा है। हाँ जी, अजकल महंगा पैंदा विक्की क्योंकि 550 पाउंड तक कोर्ट दी फीस है। हाँ अच्छा जी। ਤਾਂ ਪਰ ਜੇ ਤੁਸੀਂ ਕੰਮ ਨਹੀਂ ਕਰਦੇ ਕਿਉਂਕਿ ਬਹੁਤ ਸਾਰੇ ਲੋਕਾਂ ਦੀ ਲਾਕਡਾਊਨ ਕਰਕੇ ਜੌਬ ਚਲੀ ਗਈ ਆ, ਤੁਸੀਂ ਜੇ ਯੂਨੀਵਰਸਲ ਕ੍ਰੈਡਿਟ ਲੈਂਦੇ ਹੋ ਜਾਂ ਦੂਸਰੇ ਬੈਨੀਫਿਟ ਤੇ ਹੋ ਤਾਂ ਫਿਰ ਤੁਹਾਡੀ ਜਿਹੜੀ ਉਹ ਫੀਸ ਆ ਉਹ ਮਾਫ ਹੋ ਜਾਂਦੀ। ਅੱਛਾ ਜੀ। 550 ਪਾਉਂਡ। ਅੱਛਾ ਜੀ। ਪਰ ਉਹ ਫੀਸ ਮਾਫ ਕਰਾਉਣ ਲਈ ਤੁਹਾਨੂੰ ਆਪਣੀ ਬੈਂਕ ਸਟੇਟਮੈਂਟਸ ਦਿਖਾਣੀਆਂ ਪੈਂਦੀਆਂ, ਕੋਰਟ ਨੂੰ ਉਹ ਦੇਣੀਆਂ ਪੈਂਦੀਆਂ। ਐਟਲੀਸਟ 3 ਮੰਥਸ ਦੀਆਂ ਬੈਂਕ ਸਟੇਟਮੈਂਟਸ ਤੁਹਾਨੂੰ ਦੇਣੀਆਂ ਪੈਂਦੀਆਂ ਜਾਂ ਕੋਈ ਬੈਨੀਫਿਟ ਡਿਪਾਰਟਮੈਂਟ ਤੋਂ ਕੋਈ ਲੈਟਰ ਹੋਵੇ ਤੁਸੀਂ ਉਹ ਵੀ ਦੇ ਸਕਦੇ ਹੋ ਕਿ ਮੈਂ ਕੰਮ ਨਹੀਂ ਕਰਦਾ ਜਾਂ ਮੈਂ ਕੰਮ ਨਹੀਂ ਕਰਦੀ ਤਾਂ ਇਸ ਕਰਕੇ ਮੇਰੀ ਫੀਸ ਆ ਜਿਹੜੀ ਉਹ ਮਾਫ ਕੀਤੀ ਜਾਵੇ। ਅੱਛਾ ਜੀ। ਔਰ ਜੇ ਵਿਆਹ ਸਿਰਫ ਗੁਰਦੁਆਰੇ 'ਚ ਕੀਤਾ ਹੈ ਜਾਂ ਮੰਦਿਰ 'ਚ ਕੀਤਾ ਹੈ ਜੀ ਫਿਰ ਤਲਾਕ ਲੈਣ ਦੀ ਜ਼ਰੂਰਤ ਨਹੀਂ ਪੈਂਦੀ। ਅੱਛਾ ਜੀ। ਹਾਂਜੀ, ਜੇ ਮੈਰਿਜ ਰਜਿਸਟਰ ਹੋਣੀ ਚਾਹੀਦੀ ਹੈ ਯੂਕੇ ਦੇ ਵਿੱਚ ਜਾਂ ਬਾਹਰ ਕਿਸੇ ਕੰਟਰੀ ਦੇ ਵਿੱਚ ਵੀ, ਜਿੱਦਾਂ ਇੰਡੀਆ ਹੈ ਮੰਨ ਲਓ ਉੱਥੇ ਤੁਹਾਡੀ ਮੈਰਿਜ ਰਜਿਸਟਰ ਹੋਈ ਹੈ, ਤੁਸੀਂ ਤੁਹਾਡੇ ਕੋਲ ਸਰਟੀਫਿਕੇਟ ਹੀ ਨਹੀਂ ਹੈਗਾ ਤਾਂ ਮਤਲਬ ਤੁਹਾਡੀ ਮੈਰਿਜ ਲੀਗਲੀ ਰਜਿਸਟਰ ਨਹੀਂ ਹੋਈ। ਜੇ ਤੁਹਾਡੀ ਮੈਰਿਜ ਲੀਗਲੀ ਰਜਿਸਟਰ ਹੋਈ ਆ, ਤੁਸੀਂ ਯੂਕੇ 'ਚ ਰਹਿ ਰਹੇ ਹੋ, ਮੈਰਿਜ ਹੋਈ ਨੂੰ 1 ਸਾਲ ਤੋਂ ਉੱਪਰ ਹੋ ਗਿਆ, ਫਿਰ ਤੁਹਾਨੂੰ ਤਲਾਕ ਅਪਲਾਈ ਕਰਨਾ ਪੈਂਦਾ, ਅਦਰਵਾਈਜ਼ ਨਹੀਂ ਕਰਨਾ ਪੈਂਦਾ। ਅੱਛਾ ਜੀ। ਔਰ ਜੋ ਤਲਾਕ ਲੈਣੀ 'ਚ ਕਿੰਨਾ ਟਾਈਮ ਲੱਗ ਜਾਂਦਾ? ਵਿਕੀ ਐਟਲੀਸਟ 6 ਮੰਥਸ ਦਾ ਟਾਈਮ ਤੁਸੀਂ ਸੋਚ ਕੇ ਚੱਲੋ ਕਿਉਂਕਿ ਪਹਿਲਾਂ ਇਹ ਸੀਗਾ ਵੀ ਜੇ ਦੋਨੋਂ ਪਾਰਟੀ ਐਗਰੀ ਕਰਦੀਆਂ ਤਾਂ 3 ਤੋਂ 4 ਮਹੀਨਿਆਂ ਦੇ ਵਿੱਚ ਡਿਵੋਰਸ ਹੋ ਜਾਂਦਾ ਸੀ। ਪਰ ਹੁਣ ਲਾਕਡਾਊਨ ਕਰਕੇ ਬਹੁਤ ਸਾਰਾ ਡਿਲੇ ਆ। ਠੀਕ ਹੈ ਜੀ। ਕੁਝ ਤਾਂ ਲੋਕਾਂ ਨੇ ਜਿਹੜਾ ਹੈਗਾ ਨਾ ਵਰਕ ਕਲਚਰ ਯੂਕੇ ਦਾ ਬਹੁਤ ਖਰਾਬ ਹੋ ਗਿਆ ਲਾਕਡਾਊਨ ਕਰਕੇ, ਲੋਕ ਕੰਮ ਨਹੀਂ ਕਰਨਾ ਚਾਹੁੰਦੇ, ਬਹੁਤ ਜ਼ਿਆਦਾ ਐਕਸਕਿਊਜ਼ ਬਣਾਉਂਦੇ ਆ ਹਰ ਡਿਪਾਰਟਮੈਂਟ ਦੇ ਵਿੱਚ ਕਿ ਕੋਵਿਡ ਡਿਊ ਟੂ ਕੋਵਿਡ ਆ ਹੋ ਗਿਆ, ਕੋਵਿਡ ਕਰਕੇ ਆ ਹੋ ਗਿਆ, ਉਹ ਹੋ ਗਿਆ, ਜਦ ਕਿ ਹਾਲਾਂਕਿ ਨੋਰਮਲ ਲਾਈਫ ਚੱਲ ਰਹੀ ਹੈ, ਸਭ ਕੁਝ ਆਨਲਾਈਨ ਹੋ ਰਿਹਾ ਹੈ ਜੀ। ਜਿਨ੍ਹਾਂ ਨੇ ਕੰਮ ਕਰਨਾ ਅਸੀਂ ਵੀ ਹੁਣ ਆਪਣਾ ਕੰਮ ਕਰਦੇ ਹੀ ਆ। ਜੀ ਹਾਂ ਬਿਲਕੁਲ ਠੀਕ ਹੈ ਨਾ, ਸਹੀ ਹੈ। ਤਾਂ ਫਿਰ ਬਹਾਨੇ ਬਣਾਉਂਦੇ ਆ ਲੋਕ, ਇਸ ਕਰਕੇ ਡਿਲੇ ਹੈਗਾ, ਕਾਫੀ ਜ਼ਿਆਦਾ ਹੈਗਾ, ਹਰ ਐਪਲੀਕੇਸ਼ਨ ਦੇ ਵਿੱਚ ਡਿਲੇ ਹੈ। ਅੱਛਾ ਜੀ। ਪਰ ਉੱਦਾਂ ਨੋਰਮਲੀ ਸਾਰਾ ਕੁਝ ਸ਼ੁਰੂ ਹੋ ਗਿਆ, ਫੈਮਿਲੀ ਕੋਰਟ ਦਾ, ਹੋਮ ਆਫਿਸ ਦਾ ਸਭ ਕੰਮ ਚੱਲ ਰਿਹਾ। ਠੀਕ ਹੈ ਜੀ। ਔਰ ਡਿਵੋਰਸ ਦਾ ਜੋ ਖਰਚਾ ਹੈ ਉਹ ਕੌਣ ਦਿੰਦਾ ਹੈ? ਡਿਵੋਰਸ ਦਾ ਪਹਿਲਾਂ ਤਾਂ ਵੀ ਕਿ ਜਿਹੜੀ ਪਾਰਟੀ ਅਪਲਾਈ ਕਰਦੀ ਹੈ ਨਾ ਉਹਨੂੰ ਦੇਣਾ ਪੈਂਦਾ ਹੈ, ਠੀਕ ਹੈ ਨਾ, ਉਹਨੂੰ ਆਪਣੀ ਕੋਰਟ ਦੀ ਫੀਸ ਪਹਿਲਾਂ ਦੇਣੀ ਪੈਂਦੀ ਹੈ, ਸਲਿਸਟਰ ਦੀ ਫੀਸ ਵੀ ਦੇਣੀ ਪੈਂਦੀ ਹੈ ਜੀ। ਤਾਂ ਬਾਅਦ ਦੇ ਵਿੱਚ ਇਹ ਆ ਕਿ ਜੇ ਤੁਹਾਡਾ ਡਿਵੋਰਸ ਡਿਪੈਂਡ ਕਰਦਾ ਕਾਹਦੇ ਬੇਸ ਤੇ ਤੁਸੀਂ ਡਿਵੋਰਸ ਅਪਲਾਈ ਕੀਤਾ। ਜੇ ਅਨਰੀਜ਼ਨੇਬਲ ਬਿਹੇਵੀਅਰ ਦੇ ਬੇਸ ਤੇ ਤੁਸੀਂ ਡਿਵੋਰਸ ਅਪਲਾਈ ਕੀਤਾ ਹੈ, ਅਸੀਂ ਦਰਸ਼ਕਾਂ ਨੂੰ ਦੱਸ ਦਈਏ ਕਿ ਅਨਰੀਜ਼ਨੇਬਲ ਬਿਹੇਵੀਅਰ ਦੇ ਗਰਾਊਂਡ ਤੇ ਡਿਵੋਰਸ ਕੀ ਹੁੰਦਾ ਹੈ ਕਿ ਜਦੋਂ
ਤੁਸੀਂ ਆਪਣੀ ਡਿਵੋਰਸ ਪਟੀਸ਼ਨ ਦੇ ਵਿੱਚ ਇਹ ਲਿਖਿਆ ਕਿ ਦੂਸਰੀ ਪਾਰਟੀ ਦਾ ਬਿਹੇਵੀਅਰ ਇਸ ਤਰ੍ਹਾਂ ਦਾ ਸੀ ਕਿ ਮੈਂ ਉਹਦੇ ਨਾਲ ਰਹਿ ਨਹੀਂ ਸਕਿਆ ਜਾਂ ਰਹਿ ਨਹੀਂ ਸਕੀ ਜੀ, ਤਾਂ ਉਹਦੇ ਰੀਜ਼ਨਿੰਗ, ਉਹਦਾ 3-4 ਰੀਜ਼ਨ ਤੁਸੀਂ ਦੇਣੇ ਹੁੰਦੇ ਆ ਡਿਵੋਰਸ ਪਟੀਸ਼ਨ ਦੇ ਵਿੱਚ ਜੀ, ਕਿ ਮੇਰੇ ਨਾਲ ਉਹਨੇ ਆਹ ਕੀਤਾ ਸੀ, ਉਹ ਕੀਤਾ ਸੀ, ਤਾਂ ਫਿਰ ਇਸ ਕਰਕੇ ਮੈਂ ਉਹਦੇ ਨਾਲ ਡਿਸਾਈਡ ਕੀਤਾ ਕਿ ਮੈਂ ਹੁਣ ਉਹਦੇ ਨਾਲ ਨਹੀਂ ਰਹਿਣਾ। ਰਾਈਟ। ਤਾਂ ਜੇ ਤੁਸੀਂ ਅਨਰੀਜਨੇਬਲ ਬਿਹੇਵੀਅਰ ਦੇ ਗਰਾਊਂਡ ਤੇ ਡਿਵੋਰਸ ਕੀਤਾ ਤਾਂ ਤੁਸੀਂ ਜਿਹੜੀ ਡਿਵੋਰਸ ਦੀ ਕਾਸਟ ਆ ਦੂਸਰੀ ਪਾਰਟੀ ਤੋਂ ਵੀ ਕਲੇਮ ਕਰ ਸਕਦੇ ਹੋ। ਰਾਈਟ। ਪਰ ਉਹ ਤੁਹਾਨੂੰ ਐਂਡ ਆਫ ਦਾ ਡਿਵੋਰਸ ਦੇ ਵਿੱਚ ਮਿਲਦੀ ਹੈ, ਸ਼ੁਰੂ 'ਚ ਨਹੀਂ ਮਿਲਦੀ ਹੈਗੀ। ਰਾਈਟ। ਪਰ ਜੇ ਕਿਸੇ ਹੋਰ ਗਰਾਊਂਡ ਤੇ ਤੁਸੀਂ ਡਿਵੋਰਸ ਅਪਲਾਈ ਕੀਤਾ, ਯਾਨੀ ਕਿ 2 ਇਅਰਸ ਸੈਪਰੇਸ਼ਨ ਦੇ ਬੇਸ ਤੇ ਜਾਂ 5 ਇਅਰਸ ਸੈਪਰੇਸ਼ਨ ਦੇ ਬੇਸ ਤੇ, ਫਿਰ ਤੁਹਾਨੂੰ ਉਹ ਜਿਹੜੀ ਕਾਸਟ ਆ ਤੁਸੀਂ ਦੂਸਰੀ ਪਾਰਟੀ ਤੋਂ ਕਲੇਮ ਨਹੀਂ ਕਰ ਸਕਦੇ। ਠੀਕ ਹੈ ਜੀ। ਅਮਰੀਕਾ 'ਚ ਜਨਰਲੀ ਸੁਣਨ ਨੂੰ ਮਿਲਦਾ ਹੈ ਜੀ ਮੈਂ ਆਪਣੇ ਹਸਬੈਂਡ ਨੂੰ ਡਿਵੋਰਸ ਕਰ ਰਹੀ ਹਾਂ ਕਿਉਂਕਿ ਉਹ ਖਰਾਟੇ ਬਹੁਤ ਉੱਚੇ ਮਾਰਦਾ ਹੈ, ਜਾਂ ਫਿਰ ਉਹ ਸਵੇਰੇ ਅਰਲੀ ਬਹੁਤ ਉੱਠ ਜਾਂਦਾ ਹੈ, ਜਾਂ ਫਿਰ ਬੋਲਦਾ ਬਹੁਤ ਉੱਚਾ ਹੈ। ਆਰ ਦੇ ਰੀਅਲੀ ਟਰੂ? ਪਤਾ ਨਹੀਂ ਵਿੱਕੀ, ਸੋਸ਼ਲ ਮੀਡੀਆ ਤੇ ਕਾਫੀ ਵਾਰ ਸੁਣਿਆ ਇਸ ਤਰ੍ਹਾਂ ਦੀਆਂ ਗੱਲਾਂ ਅੱਜ ਕੱਲ੍ਹ ਆ ਰਹੀਆਂ ਨੇ। ਜੀ। ਹਾਂਜੀ, ਕੋਈ ਇਹ ਵੀ ਕਹਿ ਰਿਹਾ ਸੀ ਕਿ ਲੋਕੀ ਸ਼ੌਕ ਲਈ ਡਿਵੋਰਸ ਲੈਂਦੇ ਆ। ਦੈਟਸ ਰਾਈਟ। ਕਿ ਕਿੱਦਾਂ ਫੀਲ ਹੁੰਦਾ ਹੈ, ਵੀ ਇਸ ਤਰ੍ਹਾਂ ਦੀਆਂ ਗੱਲਾਂ ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਕਾਫੀ ਸੁਣੀਆਂ ਆ, ਪਰ ਸਾਡੇ ਕੋਲੇ ਤਾਂ ਇਸ ਤਰ੍ਹਾਂ ਦਾ ਨਹੀਂ ਕੋਈ ਕੇਸ ਆਇਆ ਹੈ। ਜੀ ਹਾਂ, ਬਿਲਕੁਲ ਜੀ, ਨਾ ਹੀ ਆਵੇ ਤਾਂ ਚੰਗਾ ਜੀ। ਬਿਲਕੁਲ, ਕਿਸੇ ਦਾ ਡਿਵੋਰਸ ਹੋਣਾ ਨਹੀਂ ਚਾਹੀਦਾ, ਔਰ ਜੇ ਹੋਵੇ ਤਾਂ ਡੈਲਸਨ ਸੋਲਿਸਿਟਰਸ ਨੂੰ ਨਾ ਭੁੱਲਣਾ। ਕਲੀਨ ਬ੍ਰੇਕ ਕੀ ਹੁੰਦਾ ਹੈ? ਹਾਂਜੀ, ਆਪਾਂ ਪਹਿਲਾਂ ਵੀ ਵਿੱਕੀ ਪ੍ਰੋਗਰਾਮ ਦੇ ਵਿੱਚ ਬਹੁਤ ਵਾਰ ਗੱਲ ਕੀਤੀ ਆ ਵੀ ਕਲੀਨ ਬ੍ਰੇਕ ਇਹ ਹੁੰਦਾ ਕਿ ਜਦੋਂ ਤੁਸੀਂ ਡਿਵੋਰਸ ਲੈ ਲਿਆ, ਫਿਰ ਇੱਕ ਦੂਜੇ ਦੇ ਪ੍ਰਾਪਰਟੀ ਤੇ, ਬੈਂਕ ਬੈਲੈਂਸ ਤੇ, ਪੈਨਸ਼ਨ ਤੇ, ਕਿਸੇ ਵੀ ਚੀਜ਼ ਤੇ ਤੁਹਾਡਾ ਹੱਕ ਨਹੀਂ ਰਹਿੰਦਾ। ਅੱਛਾ। ਜੇ ਤੁਸੀਂ ਕਲੀਨ ਬ੍ਰੇਕ ਦੇ ਨਾਲ ਡਿਵੋਰਸ ਲਿਆ। ਜੀ। ਕਲੀਨ ਬ੍ਰੇਕ ਇੱਕ ਤਰ੍ਹਾਂ ਦਾ ਐਗਰੀਮੈਂਟ ਹੁੰਦਾ ਜਿਹਦੇ ਤੇ ਦੋਨਾਂ ਪਾਰਟੀ ਦੇ ਸਾਈਨ ਹੁੰਦੇ ਆ ਕਿ ਅੱਜ ਤੋਂ ਬਾਅਦ ਤੂੰ ਮੈਥੋਂ ਕੁਝ ਕਲੇਮ ਨਹੀਂ ਕਰਨਾ, ਮੈਂ ਤੇ ਇੱਥੋਂ ਕੁਝ ਕਲੇਮ ਨਹੀਂ ਕਰਨਾ। ਜੀ। ਤਾਂ ਉਹਦੇ ਤੇ ਬਾਅਦ ਦੇ ਵਿੱਚ ਕੋਰਟ ਦੀ ਸਟੈਂਪ ਲੱਗ ਜਾਂਦੀ ਹੈ, ਕੋਰਟ ਆਰਡਰ ਦੇ ਰੂਪ ਦੇ ਵਿੱਚ ਉਹ ਚੇਂਜ ਹੋ ਜਾਂਦਾ। ਤਾਂ ਉਸ ਤੋਂ ਬਾਅਦ ਤੁਸੀਂ ਇੱਕ ਦੂਸਰੇ ਤੋਂ ਕੁਝ ਵੀ ਕਲੇਮ ਨਹੀਂ ਕਰ ਸਕਦੇ। ਠੀਕ ਹੈ ਜੀ। ਠੀਕ ਹੈ, ਉਹਨੂੰ ਕਲੀਨ ਬ੍ਰੇਕ ਕਹਿੰਦੇ। ਠੀਕ ਹੈ। ਮਤਲਬ ਤੁਹਾਡੀ ਇੱਕ ਦੂਜੇ ਨਾਲ ਬ੍ਰੇਕ ਬਿਲਕੁਲ ਕੰਪਲੀਟ ਹੋ ਗਈ ਆ। ਹੁਣ ਤੁਸੀਂ ਇੱਕ ਦੂਸਰੇ ਦੇ ਪ੍ਰਾਪਰਟੀ, ਬਿਜ਼ਨਸ, ਅਗਲਾ ਕੁਝ ਮਰਜ਼ੀ ਕਰੇ, ਉਸ ਡੇਟ ਤੋਂ ਬਾਅਦ ਤੁਸੀਂ, ਤੁਹਾਡਾ ਕੋਈ ਸ਼ੇਅਰ ਨਹੀਂ ਉਹਦੇ ਵਿੱਚ। ਦੈਟਸ ਰਾਈਟ। ਸੁਣਨ ਚ ਆਇਆ ਕਿ ਜੇ ਕਿਸੇ ਦਾ ਬੇਬੀ ਹੋ ਜਾਏ तो जब तक वो 16 साल का नहीं हो जाता, ईवन तलाक के बाद भी, तो तद तक जो वाइफ है वो क्लेम कर सकती है तुहाडे कोलों। अच्छा, जे क्लीन ब्रेक नहीं कीता, जे क्लीन ब्रेक नहीं कीता, हाँ जी, जे क्लीन ब्रेक नहीं कीता ना, तो एनी टाइम तुहाडे हसबैंड वाइफ, कल्ले वाइफ की गल नहीं है, हसबैंड भी, दोनों एक दूसरे तो ਬੱਚੇ ਨਾਲ ਇਹਦਾ ਕੋਈ ਲੈਣਾ ਦੇਣਾ ਨਹੀਂ। ਜੀ, ਠੀਕ ਹੈ ਨਾ। ਕਲੀਨ ਬ੍ਰੇਕ ਦਾ ਬੱਚੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਹਾਂਜੀ। ਬੱਚੇ ਦਾ ਜਿਹੜਾ ਰਾਈਟ ਆ ਉਹ ਸੈਪਰੇਟ ਆ, ਵੀ ਕਿਹਦੇ ਕੋਲ ਰਹਿਣਾ, ਕਿਹਦੇ ਕੋਲ ਨਹੀਂ ਰਹਿਣਾ, ਉਹ ਤੁਸੀਂ ਆਪਸ ਵਿੱਚ ਐਗਰੀਮੈਂਟ ਵੀ ਕਰ ਸਕਦੇ ਹੋ, ਕੋਰਟ ਜਾ ਕੇ ਆਰਡਰ ਵੀ ਲੈ ਸਕਦੇ ਹੋ। ਠੀਕ ਹੈ ਜੀ। ਠੀਕ ਹੈ। ਜਿਹੜਾ ਕਲੀਨ ਬ੍ਰੇਕ ਦਾ ਮੈਟਰ ਆ, ਜੇ ਤੁਸੀਂ ਕਲੀਨ ਬ੍ਰੇਕ ਨਾਲ ਨਹੀਂ ਡਿਵੋਰਸ ਕੀਤਾ ਤਾਂ ਦੂਸਰੀ ਪਾਰਟੀ ਐਨੀ ਟਾਈਮ ਆ ਕੇ ਤੁਹਾਡੇ ਤੋਂ ਕਲੇਮ ਕਰ ਸਕਦੀ ਹੈ। ਹਾਂਜੀ, ਬਿਜ਼ਨਸ ਦੇ ਵਿੱਚੋਂ, ਪ੍ਰਾਪਰਟੀ ਦੇ ਵਿੱਚੋਂ, ਪੈਨਸ਼ਨ ਦੇ ਵਿੱਚੋਂ, ਤੁਹਾਡੀ ਸੇਵਿੰਗ ਦੇ ਵਿੱਚੋਂ, ਗੋਲਡ ਵਿੱਚੋਂ, ਐਨੀਥਿੰਗ ਦੂਸਰੀ ਪਾਰਟੀ ਆ ਕੇ ਕਲੇਮ ਕਰ ਸਕਦੀ ਹੈ। ਠੀਕ ਹੈ ਜੀ। ਹੁਣ ਤੁਸੀਂ ਬੱਚੇ ਦੀ ਗੱਲ ਕੀਤੀ ਹੈ ਤੇ ਸੈਪਰੇਸ਼ਨ ਹੋ ਗਈ ਹੋਵੇ ਜੀ, ਤੇ ਫਿਰ ਬੱਚੇ ਨੂੰ ਦੇਖਣ ਦਾ ਕੀ ਪ੍ਰੋਸੀਜਰ ਹੈ, ਡਿਟੇਲ ਚ ਦੱਸੋ ਜੀ। ਜਿਹੜੇ ਜਦੋਂ ਹਸਬੈਂਡ ਵਾਈਫ ਜਾਂ ਪਾਰਟਨਰ ਜਿਹੜੇ ਸੈਪਰੇਟ ਹੋ ਜਾਂਦੇ ਨੇ, ਬੈਸਟ ਤਰੀਕਾ ਤਾਂ ਇਹੀ ਹੁੰਦਾ ਵੀ ਜੇ ਆਪਸ ਵਿੱਚ ਐਗਰੀਮੈਂਟ ਕਰ ਲੈਣ ਕਿ ਤੂੰ ਵੀਕਐਂਡ ਤੇ ਬੱਚੇ ਨੂੰ ਲੈ ਜਾਣਾ, ਜਾਂ ਵੀਕਐਂਡ ਤੇ ਮੈਂ ਬੱਚਾ ਰੱਖ ਲੈਣਾ, ਤੂੰ ਵੀਕ ਡੇਜ਼ ਦੇ ਵਿੱਚ ਲੈ ਜਾਣਾ, ਕਿਹਨੇ ਸਕੂਲ ਲੈ ਕੇ ਜਾਣਾ, ਕਿਹਨੇ ਸਕੂਲੋਂ ਚੱਕਣਾ। ਪਰ ਜੇ ਤੁਹਾਡੀ ਲੜਾਈ ਝਗੜਾ ਇਸ ਹੱਦ ਤੱਕ ਵੱਧ ਗਿਆ ਕਿ ਤੁਸੀਂ ਇੱਕ ਦੂਸਰੇ ਨਾਲ ਐਗਰੀਮੈਂਟ ਕਰ ਹੀ ਨਹੀਂ ਸਕਦੇ ਜੀ, ਤਾਂ ਫਿਰ ਤੁਸੀਂ ਓਬਵੀਅਸਲੀ ਤੁਹਾਨੂੰ ਦੂਸਰੀ ਪਾਰਟੀ ਬੱਚੇ ਨੂੰ ਲੈ ਗਈ ਹੈ, ਤੁਸੀਂ ਬੱਚੇ ਨੂੰ ਦੇਖਿਆ ਨਹੀਂ ਹੈ, ਮਹੀਨਾ ਕੁ ਲੰਘ ਗਿਆ, ਉਸ ਤੋਂ ਜ਼ਿਆਦਾ ਟਾਈਮ ਲੰਘ ਗਿਆ, ਤਾਂ ਤੁਸੀਂ ਮੀਡੀਏਸ਼ਨ ਦੇ ਥਰੂ ਪਹਿਲਾਂ ਜਾਣਾ ਹੈ। ਠੀਕ ਹੈ। ਮੀਡੀਏਟਰ ਕੋਲੇ ਜਾਣਾ ਹੈ, ਮੀਡੀਏਟਰ ਨੂੰ ਆਪਣੀ ਸਾਰੀ ਜਿਹੜੀ ਕਹਾਣੀ ਦੱਸਣੀ ਹੈ। ਮੀਡੀਏਟਰ ਕਿੱਥੋਂ ਮਿਲੇਗਾ? ਮੀਡੀਏਟਰ ਤੁਸੀਂ ਸੋਲਿਸਿਟਰ ਦੇ ਥਰੂ ਬੁੱਕ ਕਰ ਸਕਦੇ ਹੋ। ਓਕੇ। ਹਾਂਜੀ, ਤਾਂ ਸਾਡੇ ਹਰ ਸੋਲਿਸਿਟਰਸ ਫਰਮ ਕੋਲ ਮੀਡੀਏਟਰ ਜਿਹੜੇ ਆ ਉਹ ਹੁੰਦੇ ਆ ਸਾਡੇ ਕੰਟੈਕਟ ਲਿਸਟ ਦੇ ਵਿੱਚ, ਤਾਂ ਅਸੀਂ ਤੁਹਾਨੂੰ ਰੈਫਰ ਕਰਦੇ ਹਾਂ। ਤਾਂ ਜਦੋਂ ਤੁਸੀਂ ਮੀਡੀਏਟਰ ਕੋਲ ਜਾ ਕੇ ਦੱਸਦੇ ਆ, ਫਿਰ ਮੀਡੀਏਟਰ ਨੇ ਦੂਸਰੀ ਪਾਰਟੀ ਨੂੰ ਵੀ ਕੰਟੈਕਟ ਕਰਨਾ ਹੈ ਕਿ ਦੂਸਰਾ ਜਿਹੜਾ ਪੇਰੈਂਟ ਆ ਉਹ ਬੱਚੇ ਨੂੰ ਦੇਖਣਾ ਚਾਹੁੰਦਾ ਵੀ ਤੁਹਾਨੂੰ ਕੀ ਪ੍ਰੋਬਲਮ ਹੈ। ਜੇ ਤਾਂ ਉਹ ਪਾਰਟੀ ਮੰਨ ਜਾਂਦੀ ਬੱਚੇ ਨੂੰ ਦਿਖਾਉਣ ਲਈ, ਠੀਕ ਹੈ, ਨਹੀਂ ਤਾਂ ਫਿਰ ਮੀਡੀਏਟਰ ਜਿਹੜਾ ਉਹ ਤੁਹਾਡਾ ਐਪਲੀਕੇਸ਼ਨ ਫਾਰਮ ਸਾਈਨ ਕਰ ਦਿੰਦਾ, ਤਾਂ ਤੁਸੀਂ ਕੋਰਟ ਦੇ ਵਿੱਚ ਐਪਲੀਕੇਸ਼ਨ ਲਾ ਕੇ ਤਾਂ ਬੱਚੇ ਦੀ ਜਿਹੜੀ ਐਪਲੀਕੇਸ਼ਨ ਆ ਲਾਓ। ਜਦੋਂ ਕੋਰਟ ਦੇ ਵਿੱਚ ਬੱਚਾ ਦੇਖਣ ਲਈ ਐਪਲੀਕੇਸ਼ਨ ਲੱਗਦੀ ਆ, ਫਿਰ ਦੂਸਰੀ ਪਾਰਟੀ ਨੂੰ ਵੀ ਨੋਟਿਸ ਭੇਜਿਆ ਜਾਂਦਾ। ਜੀ, ਠੀਕ ਹੈ।
ਫਿਰ ਕੋਰਟ ਦੇ ਇੱਕ ਰਿਪੋਰਟ ਹੁੰਦੀ ਹੈ, ਕੈਫਕਾਸ ਹੁੰਦੀ ਹੈ। ਕੈਫਕਾਸ ਇੱਕ ਕੋਰਟ ਦੇ ਆਫੀਸਰ ਹੁੰਦੇ ਆ ਜਿਹੜੇ ਕੋਰਟ ਲਈ ਕੰਮ ਕਰਦੇ ਜੀ। ਉਹ ਫਿਰ ਕੇਸ ਨੂੰ ਇਨਵੈਸਟੀਗੇਟ ਕਰਕੇ ਫੈਮਿਲੀ ਕੋਰਟ ਦੇ ਜੱਜਸ ਨੂੰ ਫੁੱਲ ਰਿਪੋਰਟ ਦਿੰਦੇ ਆ ਕਿ ਕਿਹੜਾ ਪੇਰੈਂਟਸ ਝੂਠ ਬੋਲ ਰਿਹਾ, ਕਿਹੜਾ ਸੱਚ ਬੋਲ ਰਿਹਾ, ਬੱਚੇ ਦੀ ਸੇਫਟੀ ਦਾ ਕੋਈ ਇਸ਼ੂ ਤਾਂ ਨਹੀਂ ਹੈਗਾ, ਬੱਚੇ ਦੀ ਵੈਲਫੇਅਰ ਦਾ ਕੋਈ ਇਸ਼ੂ ਨਾ ਹੋਵੇ, ਕਿਉਂਕਿ ਕਈ ਘਰਾਂ ਦੇ ਵਿੱਚ ਪ੍ਰੋਬਲਮ ਹੁੰਦੀ ਆ ਡੋਮੈਸਟਿਕ ਵਾਇਲੈਂਸ, ਇੱਕ ਦੂਜੇ ਨੂੰ ਕੁੱਟਮਾਰ ਤੋਂ ਬਾਅਦ ਉਹ ਸੈਪਰੇਟ ਹੋਏ ਹੁੰਦੇ। ਤਾਂ ਫਿਰ ਜਿਹੜੇ ਕੈਫਕਾਸ ਆਫੀਸਰ ਹੁੰਦੇ ਉਹਨਾਂ ਦਾ ਫਰਜ਼ ਬਣਦਾ ਕਿ ਉਹ ਇਹ ਤੈਅ ਕਰਦੇ ਆ, ਉਹ ਰਿਪੋਰਟ ਦਿੰਦੇ ਆ ਕੋਰਟ ਨੂੰ ਕਿ ਜਿਹੜੀ ਪਾਰਟੀ ਨੇ ਐਪਲੀਕੇਸ਼ਨ ਲਾਈ ਹੈ ਬੱਚੇ ਨੂੰ ਦੇਖਣ ਲਈ ਉਹ ਸੇਫ ਪੇਰੈਂਟ ਹੈ ਕਿ ਨਹੀਂ। ਠੀਕ ਹੈ ਜੀ। ਤਾਂ ਉਸ ਰਿਪੋਰਟ ਤੋਂ ਬਾਅਦ ਫਿਰ ਜੱਜ ਜਿਹੜੇ ਡਿਸੀਜਨ ਲੈਂਦਾ ਆ ਕਿ ਦੂਸਰੇ ਜਿਹੜੇ ਪਾਰਟੀ ਨੇ ਐਪਲੀਕੇਸ਼ਨ ਲਾਈ ਉਹ ਬੱਚੇ ਨੂੰ ਦੇਖ ਸਕਦੇ ਆ ਜਾਂ ਨਹੀਂ ਦੇਖ ਸਕਦੇ। ਤੋਬਾ। स्काई चैनल 769 पे इस वक्त तुसी डलसन सलिसिटर का स्पेशल प्रोग्राम देख रहे हो। वकील दलजीत जी तुहाडे नाल हैं। इस प्रोग्राम दे विच ज़्यादातर क्वेश्चनस इमीग्रेशन दे हुंदे और उहदे नाल फैमिली लॉ दे क्वेश्चनस नूं डिस्कस कीता जांदा है। तुसी प्रोग्राम बड़े ध्यान नाल देखो और जिहड़ा भी तुहाडे दिमाग विच सवाल आवे वो अपने तक नहीं रखना। संगत टेलीविजन की जो रिसैप्शन है उत्थे टेलीफोन करो और वो अपना जो नाम है वो भी लिखवा दो और टेलीफोन नंबर भी लिखवा दो। उहदे अलावा स्क्रीन ते एक व्हाट्सएप टेलीफोन नंबर आ रहा है, उत्थे तुसी टेलीफोन भी कर सकते हो और उत्थे अपना मैसेज भी छड़ सकते हो। मंडे टू संडे पर जो टेलीफोन है वो तुसी 9 बजे तो लैके 5 बजे तक जे करो तो ਉਹਦਾ ज़्यादा फायदा है। थैंक यू एवर सो मच इंडीड कि जे तुसी 9 ਤੋਂ 5 ਵਜੇ ਦੇ ਵਿੱਚ टेलीफोन करो। दलजीत जी, जिन्ना लोगों ਦੇ ਕੋਲ लिमिटेड लीव टू रिमेन है जी और वो अपनी वाइफ और ब्रिटिश बच्चे तो अलग हो जाते हैं जी ਤੇ ਉਹਨਾਂ ਦਾ ਕੀ ਪ੍ਰੋਸੀਜਰ ਹੈ ਜੀ। ਵਿੱਕੀ ਪਹਿਲਾਂ ਤਾਂ ਮੈਂ ਆਪਣੇ ਦਰਸ਼ਕਾਂ ਨੂੰ ਇਹ ਦੱਸਦਾ ਕਿ ਮੰਨ ਲਓ ਤੁਸੀਂ ਬ੍ਰਿਟਿਸ਼ ਵਾਈਫ ਨਾਲ ਵਿਆਹ ਕੀਤਾ ਸੀ ਜਾਂ ਬੱਚਾ ਤੁਹਾਡਾ ਬ੍ਰਿਟਿਸ਼ ਸੀ, ਵਾਈਫ ਇੰਡੀਅਨ ਸੀ ਜੀ, ਤਾਂ ਉਹਦੇ ਬੇਸ ਤੇ ਤੁਹਾਨੂੰ 30 ਮੰਥਸ ਦਾ ਵੀਜ਼ਾ ਮਿਲਿਆ। ਯੈਸ। ਉਸ ਤੋਂ ਬਾਅਦ ਤੁਸੀਂ ਆਪਸ ਵਿੱਚ ਤੁਹਾਡਾ ਕੋਈ ਲੜਾਈ ਝਗੜਾ ਹੋ ਗਿਆ, ਤੁਸੀਂ ਸੈਪਰੇਟ ਹੋ ਗਏ। ਜੀ ਜੀ ਠੀਕ ਹੈ। ਹੁਣ ਤੁਸੀਂ ਜਿਹੜਾ ਨੈਕਸਟ ਵੀਜ਼ਾ ਆਪਣਾ ਅਪਲਾਈ ਕਰਨਾ ਕਿਉਂਕਿ ਤੁਹਾਡਾ ਵੀਜ਼ਾ ਖਤਮ ਹੋਣ ਵਾਲਾ। ਹਾਂਜੀ। ਤਾਂ ਸਭ ਤੋਂ ਵਧੀਆ ਤਰੀਕਾ ਤੁਹਾਡੇ ਲਈ ਇਹ ਹੀ ਹੋਊਗਾ ਕਿ ਜਾਂ ਤਾਂ ਤੁਸੀਂ ਆਪਣੀ ਵਾਈਫ ਦੇ ਨਾਲ ਕੋਈ ਐਗਰੀਮੈਂਟ ਕਰ ਲਓ ਰਾਈਟਿੰਗ ਦੇ ਵਿੱਚ ਕਿ ਮੈਂ ਇਸ ਦਿਨ ਬੱਚੇ ਨੂੰ ਦੇਖਣਾ ਆ, ਤਾਂ ਤੁਸੀਂ ਬੱਚੇ ਨੂੰ ਦੇਖਦੇ ਰਹੋ। ਜੇ ਬੱਚੇ ਦੇ ਨਾਲ ਤੁਹਾਡਾ ਕੋਈ ਕੰਟੈਕਟ ਨਹੀਂ ਹੈਗਾ, ਤੁਹਾਡੇ ਹਸਬੈਂਡ ਵਾਈਫ ਬੱਚੇ ਨੂੰ ਦੇਖਣ ਦੀ ਇਜਾਜ਼ਤ ਤੁਹਾਨੂੰ ਨਹੀਂ ਦਿੰਦੇ, ਤਾਂ ਬੈਸਟ ਆਪਸ਼ਨ ਤੁਹਾਡੀ ਇਹੀ ਆ ਕਿ ਤੁਸੀਂ ਫੈਮਿਲੀ ਕੋਰਟ ਨੂੰ ਐਪਲੀਕੇਸ਼ਨ ਲਾਉਣੀ ਪਏਗੀ ਤੁਹਾਨੂੰ ਬੱਚੇ ਨੂੰ ਦੇਖਣ ਲਈ। ਜਿੰਨਾ ਚਿਰ ਤੁਹਾਡੇ ਕੋਲੇ ਫੈਮਿਲੀ ਕੋਰਟ ਕੋਲੋਂ ਆਰਡਰ ਨਹੀਂ ਮਿਲਦਾ, ਕੋਰਟ ਆਰਡਰ ਨਹੀਂ ਹੁੰਦਾ ਕਿ ਤੁਸੀਂ ਬੱਚੇ ਨੂੰ ਦੇਖ ਸਕਦੇ ਆ, ਤੁਹਾਡਾ ਬੱਚੇ ਦੇ ਨਾਲ ਡਾਇਰੈਕਟ ਕੰਟੈਕਟ ਆ ਜੀ, ਉਹਨਾਂ ਚਿਰ ਤੁਸੀਂ ਆਪਣਾ ਵੀਜ਼ਾ ਐਕਸਟੈਂਡ ਨਹੀਂ ਕਰ ਸਕਦੇ। ਨਹੀਂ ਕਰ ਸਕਦੇ। ਠੀਕ ਹੈ ਜੀ। ਐਜ਼ ਅ ਪੇਰੈਂਟ। ਐਜ਼ ਅ ਪੇਰੈਂਟ। ਠੀਕ ਹੈ ਨਾ। ਹਾਂਜੀ। ਜੇ ਤੁਹਾਨੂੰ ਪਹਿਲਾ ਵੀਜ਼ਾ ਐਜ਼ ਅ ਪੇਰੈਂਟ ਮਿਲਿਆ ਜਾਂ ਐਜ਼ ਅ ਬ੍ਰਿਟਿਸ਼ ਨੈਸ਼ਨਲ ਦੇ ਹਸਬੈਂਡ ਵਾਈਫ ਮਿਲਿਆ ਤਾਂ ਬੱਚੇ ਦੇ ਬੇਸ ਤੇ ਤੁਸੀਂ ਯੂਕੇ 'ਚ ਰਹਿ ਸਕਦੇ ਆ, ਪਰ ਬੱਚੇ ਨੂੰ ਮਿਲਣ ਦਾ ਕੋਰਟ ਆਰਡਰ ਤੁਹਾਡੇ ਕੋਲ ਹੋਏਗਾ ਤਾਂ ਫਿਰ ਤੁਹਾਡਾ ਅੱਗੇ ਵੀਜ਼ਾ एक्सटेंड होएगा। ठीक है जी। ठीक है। और यूरोपियन नेशनल्स हाले भी अपने माँ बाप ने बुला सकते? हाँ जी बिल्कुल। यूरोपियन नेशनल अपने फैमिली मैंबर, एनी फैमिली मैंबर, ब्रदर सिस्टर, एक्सटेंडेड फैमिली मैंबर, हसबैंड वाइफ, पेरेंट्स किसी ਨੂੰ ਵੀ ਬੁਲਾ ਸਕਦੇ ਨੇ। ਅੱਛਾ ਜੀ। ਪਰ ਜਿਹੜੀ ਇਹਦੀ ਡੈਡਲਾਈਨ ਆਬਵੀਅਸਲੀ ਬ੍ਰੈਕਸਿਟ ਦਾ ਜਿਹੜਾ ਖਤਮ ਹੋਣੀ ਹੈ ਉਹ 31 ਦਸੰਬਰ ਨੂੰ ਹੋਣੀ ਹੈ ਜੀ। ਪਰ ਜਿਹੜੀਆਂ ਐਪਲੀਕੇਸ਼ਨਾਂ ਜਾਂ ਯੂਰਪੀਅਨ ਨੈਸ਼ਨਲ ਦੇ ਰਾਈਟਸ ਹੈਗੇ ਯੂਕੇ ਦੇ ਵਿੱਚ ਰਹਿਣ ਦੇ, ਉਹ 30 ਜੂਨ 2021 ਤੱਕ 2021 ਤੱਕ ਇਹ ਇੱਦਾਂ ਹੀ ਚੱਲਦੇ ਰਹਿਣਗੇ। ਠੀਕ ਹੈ ਜੀ। ਠੀਕ ਹੈ। ਪਰ ਜੇ ਤੁਸੀਂ ਐਪਲੀਕੇਸ਼ਨ ਲਾਉਣੀ ਆ ਦਸੰਬਰ 20 ਤੋਂ ਬਾਅਦ 31 ਦਸੰਬਰ 2020 ਤੋਂ ਬਾਅਦ ਦੇ ਤੁਸੀਂ ਆਪਣੇ ਫੈਮਿਲੀ ਮੈਂਬਰ ਨੂੰ ਬੁਲਾਉਣ ਲਈ ਐਪਲੀਕੇਸ਼ਨ ਯੂਕੇ ਦੇ ਵਿੱਚ ਲਾਣੀ ਆ ਜੀ, ਤੁਹਾਨੂੰ ਇਹ ਪ੍ਰੂਵ ਕਰਨਾ ਪਏਗਾ ਕਿ ਤੁਹਾਡੀ ਰਿਲੇਸ਼ਨਸ਼ਿਪ ਉਹਨਾਂ ਦੇ ਨਾਲ 31 ਦਸੰਬਰ 2020 ਤੋਂ ਪਹਿਲਾਂ ਸ਼ੁਰੂ ਹੋਈ ਸੀ। ਠੀਕ ਹੈ। ਅੱਛਾ ਜੀ। ਅਦਰਵਾਈਜ਼ ਤੁਸੀਂ ਨਵੇਂ ਰੂਲ ਦੇ ਹਿਸਾਬ ਨਾਲ ਐਪਲੀਕੇਸ਼ਨ ਲਾਓਗੇ ਐਜ਼ ਅ ਯੂਰਪੀਅਨ ਨੈਸ਼ਨਲ, ਪੁਰਾਣੇ ਰੂਲ ਦੇ ਹਿਸਾਬ ਨਾਲ ਤੁਸੀਂ ਐਪਲੀਕੇਸ਼ਨ ਨਹੀਂ ਲਾ ਸਕਦੇ। अच्छा जी। और ਕਿਹੜੇ ਡਾਕੂਮੈਂਟਸ ਜ਼ਰੂਰੀ ਹੋਣਗੇ? ਹਾਂਜੀ, ਜੇ ਹੁਣ ਤੁਸੀਂ ਮੰਨ ਲਓ ਯੂਕੇ ਦੇ ਵਿੱਚ ਰਹਿ ਰਹੇ ਹੋ, ਤੁਸੀਂ ਯੂਰਪੀਅਨ ਨੈਸ਼ਨਲ ਹੋ ਜੀ, ਪਹਿਲੀ ਗੱਲ ਤਾਂ ਅਸੀਂ ਹਮੇਸ਼ਾ ਹੀ ਐਡਵਾਈਸ ਕਰਦੇ ਹਾਂ ਜੇ ਤੁਸੀਂ ਹੁਣੇ ਯੂਕੇ 'ਚ ਆਏ ਹੋ ਥੋੜੇ ਮਹੀਨੇ ਪਹਿਲਾਂ ਜਾਂ 1 ਸਾਲ ਹੋ ਗਿਆ, ਪ੍ਰੀ ਸੈਟਲ ਸਟੇਟਸ ਤੁਸੀਂ ਆਪਣਾ ਜ਼ਰੂਰ ਅਪਲਾਈ ਕਰੋ ਜੀ। ਹਾਂ। ਠੀਕ ਹੈ, ਐਜ਼ ਅ ਯੂਰਪੀਅਨ ਨੈਸ਼ਨਲ ਜੀ। ਤਾਂ ਤੁਸੀਂ ਦੂਸਰਾ ਜੇ ਆਪਣੇ ਕਿਸੇ ਫੈਮਿਲੀ ਮੈਂਬਰ ਨੂੰ ਬੁਲਾਉਣਾ ਚਾਹੁੰਦੇ ਹੋ ਯੂਰਪ ਤੋਂ ਜਾਂ ਇੰਡੀਆ ਤੋਂ ਕਿਤੋਂ ਵੀ ਬੁਲਾਉਣਾ ਚਾਹੁੰਦੇ ਹੋ ਤਾਂ ਉਹਦੇ ਵਾਸਤੇ ਜਿਹੜੇ ਡਾਕੂਮੈਂਟਸ ਚਾਹੀਦੇ ਉਹਦੇ ਲਈ ਤੁਹਾਡਾ ਕੰਮ ਕਰਦੇ ਹੋਣਾ ਯੂਕੇ 'ਚ ਬਹੁਤ ਜ਼ਰੂਰੀ ਹੈ। ਠੀਕ ਹੈ।
ਯੂਕੇ ਦੇ ਵਿੱਚ ਕੰਮ ਕਰਦੇ 6 ਮਹੀਨਿਆਂ ਦੇ ਤੁਹਾਡੀਆਂ ਪੇ ਸਲਿਪਸ, ਬੈਂਕ ਸਟੇਟਮੈਂਟਸ, ਜੌਬ ਲੈਟਰ, P60, ਪ੍ਰੂਫ ਆਫ ਰਿਲੇਸ਼ਨਸ਼ਿਪ ਜੀ ਕਿ ਯੂਰਪੀਅਨ ਨੈਸ਼ਨਲ ਜਿਹਨੂੰ ਜਿਹੜੇ ਫੈਮਿਲੀ ਮੈਂਬਰ ਨੂੰ ਤੁਸੀਂ ਮੰਨ ਲਓ ਆਪਣੇ ਪੇਰੈਂਟਸ ਨੂੰ ਬੁਲਾਉਣਾ ਚਾਹੁੰਦੇ ਹੋ ਜੀ ਤਾਂ ਤੁਹਾਡਾ ਬਰਥ ਸਰਟੀਫਿਕੇਟ ਜਿਹੜਾ ਉਹ ਪ੍ਰੂਫ ਆਫ ਰਿਲੇਸ਼ਨਸ਼ਿਪ ਹੋਏਗਾ ਹੋਏਗਾ। ਠੀਕ ਹੈ ਕਿ ਉਹ ਤੁਹਾਡੇ ਬਰਥ ਸਰਟੀਫਿਕੇਟ ਤੇ ਤੁਹਾਡੇ ਪੇਰੈਂਟਸ ਦਾ ਨਾਮ ਲਿਖਿਆ ਹੋਏਗਾ, ਫਿਰ ਤੁਸੀਂ ਉਹਨਾਂ ਨੂੰ ਬੁਲਾ ਸਕਦੇ ਹੋ। ਠੀਕ ਹੈ ਠੀਕ ਹੈ। ਜੇ ਤੁਸੀਂ ਸੋਚਦੇ ਹੋ ਕਿ ਤੁਹਾਡਾ ਪੁਰਾਣਾ ਇੰਡੀਅਨ ਪਾਸਪੋਰਟ ਸੀ, ਉਹਦੇ ਤੇ ਤੁਹਾਡੇ ਪੇਰੈਂਟਸ ਦਾ ਨਾਮ ਲਿਖਿਆ, ਉਹਨੂੰ ਤੁਸੀਂ ਐਜ਼ ਅ ਪ੍ਰੂਫ ਆਫ ਰਿਲੇਸ਼ਨ ਡਾਕੂਮੈਂਟ ਯੂਜ਼ ਨਹੀਂ ਕਰ ਸਕਦੇ। ਰਾਈਟ ਐਜ਼ ਅ ਐਡੀਸ਼ਨਲ ਡਾਕੂਮੈਂਟ ਤੁਸੀਂ ਯੂਜ਼ ਕਰ ਸਕਦੇ, ਪਰ ਮੇਨ ਡਾਕੂਮੈਂਟ ਵਜੋਂ ਤੁਸੀਂ ਉਸ ਡਾਕੂਮੈਂਟ ਨੂੰ ਯੂਜ਼ ਨਹੀਂ ਕਰ ਨਹੀਂ ਸਕਦੇ। ਕਰ ਸਕਦੇ। ਠੀਕ ਹੈ ਸੋ ਪ੍ਰੂਫ ਆਫ ਰਿਲੇਸ਼ਨਸ਼ਿਪ ਲਈ ਸਿਰਫ ਬਰਥ ਸਰਟੀਫਿਕੇਟ ਸਭ ਤੋਂ ਜ਼ਰੂਰੀ ਚੀਜ਼ ਹੈ। ਠੀਕ ਹੈ ਜੀ। ਠੀਕ ਹੈ। ਸਕਾਈ ਚੈਨਲ 76 ਥੈਂਕ ਯੂ ਐਵਰ ਸੋ ਮਚ ਇੰਡੀਡ। ਸਕਾਈ ਚੈਨਲ 769 ਤੇ ਇਸ ਵੇਲੇ ਤੁਸੀਂ ਸੰਗਤ ਟੈਲੀਵਿਜ਼ਨ ਦੇਖ ਰਹੇ ਹੋ। ਸੰਗਤ ਟੈਲੀਵਿਜ਼ਨ ਤੇ ਪ੍ਰੋਗਰਾਮ ਆ ਰਿਹਾ ਹੈ ਡਲਸਨ ਸਲਿਸਟਰਸ ਦਾ, ਔਰ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਇਮੀਗ੍ਰੇਸ਼ਨ ਔਰ ਜੋ ਫੈਮਿਲੀ ਲੋ ਹੈ ਉਹਦੇ ਕੁਐਸਚਨਸ ਦੇ ਆਨਸਰਸ ਸੁਣਦੇ ਹੋ ਵਕੀਲ ਦਲਜੀਤ ਜੀ ਕੋਲੋਂ। ਹਰ ਹਫਤੇ ਇਹ ਪ੍ਰੋਗਰਾਮ ਤੁਹਾਡੀ ਸਹੂਲੀਅਤ ਵਾਸਤੇ ਪੇਸ਼ ਕੀਤਾ ਜਾਂਦਾ ਹੈ। ਵਕੀਲ ਦਲਜੀਤ ਜੀ ਨੂੰ ਮਿਲਣ ਦੇ ਜੋ ਰਸਤੇ हैं, पहला रस्ता ये है कि डलसन संगत टेलीविजन क्या जो रिसैप्शन है उत्थे तुसी टेलीफोन करो और उत्थे तुसी अपना नाम और टेलीफोन नंबर छाड़ दो। और ये वकील साहब का वादा है कि ज़रूर तुहानू टेलीफोन करनगे और हर कॉल नू वेरी सीरीयसली दलजीत जी लैंदी है। उहदे अलावा तुसी एक स्क्रीन ते व्हाट्सएप टेलीफोन नंबर आ रहा है, तुसी उहदे ते मैसेज भी छाड़ सकते हो और उहदे ते टेलीफोन भी कर सकते हो। उहदे अलावा तुसी इन्हां दे ऑफिस विच भी जा सकते हो। 17 स्कूल रोड हॉल ग्रीन बर्मिंघम उत्थे दा टेलीफोन नंबर है। वकील साहब विंड रश पॉलिसी की होती है और कौन ਇਹਦਾ ਫਾਇਦਾ ਉਠਾ ਸਕਦੇ? ਹਾਂਜੀ ਵਿੱਕੀ, ਜਿਸ ਤਰ੍ਹਾਂ ਆਪਾਂ ਪਹਿਲਾਂ ਵੀ ਕਈ ਪ੍ਰੋਗਰਾਮਸ ਦੇ ਵਿੱਚ ਦੱਸ ਚੁੱਕੇ ਹਾਂ ਨਾ, ਵਿੰਡ ਰਸ਼ ਪਾਲਿਸੀ ਉਹਨਾਂ ਲੋਕਾਂ ਲਈ ਆ ਜਿਹੜੇ ਯੂਕੇ ਦੇ ਵਿੱਚ 1 ਜਨਵਰੀ 1973 ਤੋਂ ਪਹਿਲਾਂ ਆ ਕੇ ਸੈਟਲ ਹੋਏ ਆ। ਯੈਸ, ਉਹਨਾਂ ਲਈ ਆ ਉਹ ਲੋਕ ਬ੍ਰਿਟਿਸ਼ ਨੈਸ਼ਨੈਲਿਟੀ ਫ੍ਰੀ ਕਲੇਮ ਕਰ ਸਕਦੇ ਆ। ਰਾਈਟ। ਸਿਰਫ ਇੱਕ ਐਪਲੀਕੇਸ਼ਨ, ਵਿੰਡ ਰਸ਼ ਐਪਲੀਕੇਸ਼ਨ ਭਰ ਕੇ ਨਾਲ ਡਾਕੂਮੈਂਟ ਭਰ ਕੇ ਤੁਸੀਂ ਹੋਮ ਆਫਿਸ ਨੂੰ ਭੇਜੋ ਤੇ ਫ੍ਰੀ ਬ੍ਰਿਟਿਸ਼ ਨੈਸ਼ਨੈਲਿਟੀ, ਹੋਮ ਆਫਿਸ ਦੀ ਕੋਈ ਵੀ ਤੁਹਾਡੀ ਫੀਸ ਨਹੀਂ ਲੱਗੇਗੀ। ਰਾਈਟ। ਇੱਕ ਤਾਂ ਉਹ ਲੋਕ ਹੋ ਗਏ ਜਿਹੜੇ 1 ਜਨਵਰੀ 1973 ਤੋਂ ਪਹਿਲਾਂ ਯੂਕੇ ਦੇ ਵਿੱਚ ਆ ਕੇ ਸੈਟਲ ਹੋਇਆ। ਦੂਸਰਾ ਇਹਦੇ ਵਿੱਚ ਆਪਸ਼ਨ ਹੈਗੀ ਆ ਕਿ ਜਿਹੜੇ ਲੋਕ 31 ਦਸੰਬਰ 1988 ਤੋਂ ਪਹਿਲਾਂ ਆ ਕੇ ਸੈਟਲ ਹੋਏ ਆ, ਉਹ BRP ਕਾਰਡ, ਫ੍ਰੀ BRP ਕਾਰਡ ਕਲੇਮ ਕਰ ਸਕਦੇ। ਠੀਕ ਹੈ। ਜਿਹੜਾ BRP ਕਾਰਡ ਆ ਉਹ ਕੀ ਹੁੰਦਾ ਆ? ਜਿਹੜਾ ਯੂਕੇ ਦਾ ਰੈਜ਼ੀਡੈਂਸ ਪਰਮਿਟ ਹੈ, ਰੈਜ਼ੀਡੈਂਸ ਬਾਇਓਮੈਟ੍ਰਿਕ ਪਰਮਿਟ ਕਹਿੰਦੇ ਆ ਉਹਨੂੰ। ਉਹਦੇ ਵਿੱਚ ਇਹ ਹੁੰਦਾ ਆ ਕਿ ਜਿਹੜੇ ਲੋਕ 5-6 ਇੰਡੀਅਨ ਪਾਸਪੋਰਟ ਲੈ ਕੇ ਟਰੈਵਲ ਕਰਦੇ ਆ, ਜਦੋਂ ਮੰਨ ਲਓ ਇੰਡੀਅਨਸ ਜਿਹੜੇ ਬਜ਼ੁਰਗ ਆਪਣੇ ਆਏ ਹੋਏ ਨਾ 70s ਦੇ ਵਿੱਚ, 5-6 ਉਹ ਪਾਸਪੋਰਟ ਕੈਰੀ ਕਰਦੇ ਕਿਉਂਕਿ ਉਹਨਾਂ ਦੀ ਜਿਹੜੀ ਇੰਡੈਫੀਨਿਟ ਲੀਵ ਦੀ ਸਟੈਂਪ ਆ ਉਹ ਪੁਰਾਣੇ ਪਾਸਪੋਰਟ ਤੇ ਲੱਗੀ ਹੁੰਦੀ ਹੈ। ਠੀਕ ਹੈ ਜੀ। ਇਸ ਕਰਕੇ ਉਹਨਾਂ ਨੂੰ ਸਾਰੇ ਪਾਸਪੋਰਟ ਨਾਲ ਚੁੱਕਣੇ ਪੈਂਦੇ। ਠੀਕ ਹੈ। ਪਰ ਜੇ ਵਿੰਡ ਰਸ਼ ਪਾਲਿਸੀ ਦੇ ਵਿੱਚ ਤੁਸੀਂ ਆਨੇ ਆ, ਜੇ ਤੁਸੀਂ 31 ਦਸੰਬਰ 1988 ਤੋਂ ਪਹਿਲਾਂ ਯੂਕੇ ਦੇ ਵਿੱਚ ਆ ਕੇ ਸੈਟਲ ਹੋਏ ਹੋ, ਤਾਂ ਤੁਹਾਨੂੰ ਸਾਰੇ ਪਾਸਪੋਰਟ ਚੁੱਕਣ ਦੀ ਜ਼ਰੂਰਤ ਨਹੀਂ ਹੈ। ਇੱਕ ਕਾਰਡ ਹੋਮ ਆਫਿਸ ਤੋਂ ਮਿਲਦਾ, ਉਹ ਤੁਸੀਂ ਲੈ ਲਓ, ਵਿੰਡ ਰਸ਼ ਐਪਲੀਕੇਸ਼ਨ ਦਾ ਫਾਰਮ ਭਰ ਕੇ, ਤਾਂ ਉਹ ਫਿਰ ਤੁਸੀਂ ਕਾਰਡ ਤੇ ਨਵਾਂ ਪਾਸਪੋਰਟ ਲੈ ਕੇ ਇੰਡੀਆ ਨੂੰ ਆਰਾਮ ਨਾਲ ਟਰੈਵਲ ਕਰ ਸਕਦੇ। ਦੈਟਸ ਰਾਈਟ। ਆਈਡਿੰਗਟਨ ਵਿੱਚ ਦੇਖਣ ਵਾਲੇ ਅਵਤਾਰ ਸਿੰਘ ਜੀ हैं, ਤੁਹਾਡਾ ਹਰ ਪ੍ਰੋਗਰਾਮ ਦੇਖਦੇ हैं और ਰਿਕਾਰਡਿੰਗ ਵੀ ਰੱਖਦੇ हैं। ਉਹਨਾਂ ਨੇ ਇੱਕ ਕੁਐਸਚਨ ਪੁੱਛਿਆ ਸੀ ਕਿ ਜੋ ਕਈ ਸਾਰੇ ਪਾਸਪੋਰਟ ਜਿਨ੍ਹਾਂ ਕੋਲ ਹੁੰਦੇ हैं, ਉਹ ਸਾਰੇ ਪਾਸਪੋਰਟ ਖਤਮ ਕਰਕੇ ਕਿਆ ਉਹਨਾਂ ਨੂੰ BRP ਕਾਰਡ ਮਿਲਦਾ? ਨਹੀਂ, ਪਾਸਪੋਰਟ ਖਤਮ ਕਰਨ ਦੀ ਜ਼ਰੂਰਤ ਨਹੀਂ ਹੈਗੀ। ਉਹ ਜਿਹੜੇ ਪੁਰਾਣੇ ਪਾਸਪੋਰਟ ਆ ਉਹ ਤੁਸੀਂ ਨਾਲ ਨਹੀਂ ਚੁੱਕਣੇ ਜਦੋਂ ਟਰੈਵਲ ਕਰਨਾ। ਠੀਕ ਹੈ। ਜਦੋਂ ਟਰੈਵਲ ਕਰਨਾ, ਜਦੋਂ ਤੁਹਾਨੂੰ ਕਾਰਡ ਮਿਲ ਜਾਂਦਾ ਨਾ, ਹਾਂਜੀ, ਉਹ ਕਾਰਡ ਹੁੰਦਾ ਆ ਕਿ ਤੁਹਾਡੇ ਕੋਲ ਯੂਕੇ ਦਾ ਪਰਮਾਨੈਂਟ ਵੀਜ਼ਾ ਹੈਗਾ। ਓਕੇ, ਠੀਕ ਹੈ ਨਾ। ਠੀਕ ਹੈ। ਤਾਂ ਜਿਹੜੇ ਪਾਸਪੋਰਟ ਆ ਉਹ ਇਸ ਚੀਜ਼ ਦਾ ਪ੍ਰੂਫ ਆ ਕਿ ਤੁਸੀਂ ਇੰਡੀਅਨ ਨੈਸ਼ਨਲ ਹੈ। ਜੀ ਹਾਂ। ਤਾਂ ਇਹ ਦੋ ਚੀਜ਼ਾਂ ਲੈ ਕੇ ਤੁਸੀਂ ਇੰਡੀਆ ਨੂੰ ਟਰੈਵਲ ਕਰ ਸਕਦੇ। ਠੀਕ ਹੈ। And then you never will have to carry all those passports. ਹਾਂਜੀ, ਉਹ ਪਾਸਪੋਰਟ ਆਪਾਂ ਕੈਰੀ ਨਹੀਂ ਕਰਨੇ। ਉਹ ਤਾਂ ਇਸ ਲਈ ਕਰਦੇ ਆ ਨਾ ਕਿਉਂਕਿ ਸਟੈਂਪ ਵੀਜ਼ੇ ਵਾਲੀ ਉਹਨਾਂ ਤੇ ਲੱਗੀ ਹੈ। ਠੀਕ ਹੈ। ਉਹੀ ਸਟੈਂਪ ਤੁਸੀਂ ਕਾਰਡ ਦੇ ਰੂਪ ਦੇ ਵਿੱਚ ਲੈ ਲੈਂਦੇ ਆ, ਤਾਂ ਫਿਰ ਉਹ ਪੁਰਾਣੇ ਪਾਸਪੋਰਟ ਚੁੱਕਣ ਦੀ ਜ਼ਰੂਰਤ ਨਹੀਂ ਹੈ। ਜ਼ਰੂਰਤ ਨਹੀਂ ਹੈ। ਠੀਕ ਹੈ ਜੀ। ਠੀਕ ਹੈ। ਸਕਾਈ ਚੈਨਲ 769 ਤੇ ਤੁਸੀਂ ਇਸ ਵੇਲੇ ਲੀਗਲ ਗਾਈਡੈਂਸ ਪ੍ਰੋਗਰਾਮ ਸੁਣ ਰਹੇ ਹੋ। ਤੁਹਾਡੀ ਕਿਸੇ ਤਰ੍ਹਾਂ ਦੀ ਵੀ ਇਮੀਗ੍ਰੇਸ਼ਨ ਦੀ ਕੋਈ ਵੀ ਪ੍ਰੋਬਲਮ ਹੈ, ਇਹ ਨਾ ਸੋਚਣਾ ਕਿ ਉਹ ਸਿਰਫ ਤੁਹਾਡੀ ਪ੍ਰੋਬਲਮ ਹੈ ਔਰ ਇਨਫੀਰੀਅਰਿਟੀ ਕੰਪਲੈਕਸਿਸ ਨਾ ਪੈ ਜਾਣਾ। ਸੰਗਤ ਟੈਲੀਵਿਜ਼ਨ ਤੇ ਟੈਲੀਫੋਨ ਕਰਕੇ ਤੁਸੀਂ ਵਕੀਲ ਸਾਹਿਬ ਦੇ ਨੂੰ ਆਪਣਾ ਮੈਸੇਜ ਦੇ ਸਕਦੇ ਹੋ, ਔਰ ਜੋ WhatsApp ਟੈਲੀਫੋਨ ਨੰਬਰ ਹੈ ਉੱਥੇ ਟੈਲੀਫੋਨ ਕਰਕੇ ਡਾਇਰੈਕਟ ਵੀ ਨਾਲ ਗੱਲ ਕਰ ਸਕਦੇ ਹੋ। ਹਰ ਕਿਸੇ ਦੀ ਪ੍ਰੋਬਲਮਸ ਨੂੰ ਵੈਰੀ ਇੰਪੋਰਟੈਂਟ ਸਮਝਦੇ हैं वकील साहब। ਜਿਹੜੇ ਲੋਕ ਇੰਡੀਆ ਤੋਂ ਟੂਰਿਸਟ ਆਏ हैं, क्या वो हाले भी इतने ब्याह कर सकते हैं?
ਹਾਂਜੀ ਵਿੱਕੀ ਵਿਆਹ ਕਰ ਸਕਦੇ ਆ ਐਟ ਦਾ ਮੋਮੈਂਟ ਹੋਮ ਆਫਿਸ ਵਾਲੇ ਮੋਸਟ ਕੇਸਾਂ ਦੇ ਵਿੱਚ ਕਿਸੇ ਨੂੰ ਅਰੈਸਟ ਨਹੀਂ ਕਰ ਰਹੇ ਸੋ ਤੁਸੀਂ ਰਜਿਸਟਰਾਰ ਨੂੰ ਐਪਲੀਕੇਸ਼ਨ ਲਾਣੀ ਹੈ ਪਰ ਅਸੀਂ ਹਮੇਸ਼ਾ ਸੁਜੈਸਟ ਇਹ ਕਰਦੇ ਹਾਂ ਕਿ ਜੇ ਤੁਸੀਂ ਓਵਰਸਟੇਅਰ ਹੋ ਜਾਂ ਵਿਜ਼ਟਰ ਆਏ ਹੋ ਤਾਂ ਤੁਹਾਡੇ ਕੋਲੇ ਜੈਨੂਇਨ ਰਿਲੇਸ਼ਨਸ਼ਿਪ ਦੇ ਪ੍ਰੂਫ ਹੋਣੇ ਬਹੁਤ ਜ਼ਰੂਰੀ ਹੈ ਕਿ ਤੁਹਾਡੀ ਰਿਲੇਸ਼ਨਸ਼ਿਪ ਜੈਨੂਇਨ ਹੈ ਜੀ ਠੀਕ ਹੈ ਜੇ ਉਹਨਾਂ ਨੂੰ ਸ਼ੱਕ ਪੈ ਜਾਂਦਾ ਕਿ ਫੇਕ ਰਿਲੇਸ਼ਨਸ਼ਿਪ ਆ ਤੁਹਾਨੂੰ ਅਰੈਸਟ ਕਰਾ ਸਕਦਾ ਰਜਿਸਟਰਾਰ ਓਕੇ ਸੋ ਤੁਸੀਂ ਹਾਂਜੀ ਮੈਰਿਜ ਰਜਿਸਟਰ ਡੈਫੀਨੇਟਲੀ ਕਰ ਸਕਦੇ ਹੋ ਜੇ ਤੁਹਾਡੇ ਕੋਲ ਵਿਜ਼ਟਰ ਵੀਜ਼ਾ ਹਲੇ ਹੈਗਾ ਆ ਅੱਛਾ ਜੀ ਠੀਕ ਹੈ ਜੇ ਇੱਕ ਵਿਜ਼ਿਟਰ ਲੜਕਾ ਜਾਂ ਲੜਕੀ ਆਏ ਉਹਨਾਂ ਨੇ ਇੱਥੇ ਬ੍ਰਿਟਿਸ਼ ਸਿਟੀਜ਼ਨ ਦੇ ਨਾਲ ਵਿਆਹ ਕਰ ਲਿਆ ਜੀ ਔਰ ਇਸ ਤੋਂ ਪਹਿਲੇ ਕਿ ਉਹਨਾਂ ਦੀ ਪਰਮਾਨੈਂਟ ਸਟੈਂਪ ਲੱਗੇ ਵਿਆਹ ਟੁੱਟ ਗਿਆ ਸੋ ਵਿਲ ਦੇ ਹੈਵ ਟੂ ਗੋ ਬੈਕ ਔਰ ਇਜ਼ ਦੇਰ ਇਜ਼ ਐਨੀਥਿੰਗ somebody can do to stay there's a way Vicky obviously ਜੇ ਉਹ ਇਹ ਪ੍ਰੂਵ ਕਰ ਸਕਦੇ ਕਿ ਮੈਂ ਵਿਕਟਮ ਹੈ ਡੋਮੈਸਟਿਕ ਵਾਇਲੈਂਸ ਦਾ ਮੰਨ ਲਓ ਤੁਹਾਡੇ ਸਪਾਊਸ ਨੇ ਤੁਹਾਨੂੰ ਕੁੱਟਿਆ ਮਾਰਿਆ ਹਾਂਜੀ ਬ੍ਰਿਟਿਸ਼ ਸਪਾਊਸ ਨੇ ਹਾਂਜੀ ਠੀਕ ਹੈ ਤਾਂ ਤੁਸੀਂ ਇਹ ਪ੍ਰੂਵ ਕਰ ਸਕਦੇ ਆ ਕਿ ਮੈਨੂੰ ਕੁੱਟਿਆ ਮਾਰਿਆ ਜਾਂ I have been victim of domestic violence ਤਾਂ ਫਿਰ ਉਹਦੇ ਬੇਸ ਉਹ ਤੁਸੀਂ ਡੋਮੈਸਟਿਕ ਵਾਇਲੈਂਸ ਦਾ ਵਿਕਟਮ ਆਪਣੇ ਆਪ ਨੂੰ ਕਿੱਦਾਂ ਪ੍ਰੂਵ ਕਰਨਾ ਜੇ ਤੁਸੀਂ ਸਾਰੇ ਪਾਸੇ ਰਿਪੋਰਟਸ ਕੀਤੀਆਂ ਡਾਕਟਰ ਨੂੰ ਪੁਲਿਸ ਨੂੰ ਸੋਸ਼ਲ ਵਰਕਰਸ ਨੂੰ ਕਿ ਮੇਰੇ ਨਾਲ ਇਦਾਂ ਹੋਇਆ ਤਾਂ ਫਿਰ ਉਹਦੇ ਬੇਸ ਤੇ ਤੁਸੀਂ ਯੂਕੇ ਦੇ ਵਿੱਚ ਪਰਮਾਨੈਂਟ ਵੀਜ਼ਾ ਅਪਲਾਈ ਕਰ ਸਕਦੇ ਐਜ਼ ਅ ਵਿਕਟਮ ਆਫ ਡੋਮੈਸਟਿਕ ਵਾਇਲੈਂਸ ਰਾਈਟ ਹਾਂਜੀ ਐਂਡ that will help obviously if you get settlement that will help ਹਾਂਜੀ आज ब्रिटिश नेशनल जो हैं यूरोपियन नेशनल्स वो ब्रिटिश नैशनैलिटी किवें लैण ਯੈਸ ਹਾਂਜੀ ਜਿਹੜੇ ਯੂਰਪੀਅਨ ਨੈਸ਼ਨਲਸ ਹੈਗੇ ਪਹਿਲੀ ਗੱਲ ਤਾਂ ਇਹ ਵੀ ਜਦੋਂ ਯੂਰਪੀਅਨ ਨੈਸ਼ਨਲ ਯੂਕੇ ਦੇ ਵਿੱਚ ਆਉਂਦੇ ਪਹਿਲਾ ਪ੍ਰੋਸੀਜਰ ਇਹ ਹੈ ਕਿ ਉਹ ਆਪਣੀ ਪ੍ਰੀ ਸੈਟਲਮੈਂਟ ਲੈਣ ਫਿਰ ਜਦੋਂ ਉਹਨਾਂ ਨੂੰ ਯੂਕੇ ਚ ਆਇਆ 5 ਸਾਲ ਹੋ ਗਏ ਫਿਰ ਉਸ ਤੋਂ ਬਾਅਦ ਆਪਣੀ ਸੈਟਲਮੈਂਟ ਅਪਲਾਈ ਕਰਨ ਜਦੋਂ ਸੈਟਲਮੈਂਟ ਹੋਏ ਨੂੰ 1 ਸਾਲ ਹੋ ਗਿਆ ਪੂਰੇ 12 ਮਹੀਨੇ ਹੋ ਜਾਂਦੇ ਆ ਉਸ ਤੋਂ ਬਾਅਦ ਉਹ ਬ੍ਰਿਟਿਸ਼ ਨੈਸ਼ਨੈਲਿਟੀ ਅਪਲਾਈ ਕਰ ਸਕਦੇ ਠੀਕ ਹੈ ਜੀ ਉਹਦੇ ਵਾਸਤੇ ਪੇਪਰਸ ਕਿਹੜੇ ਲੋੜ ਹੈ ਹਾਂਜੀ ਜੇ ਸਭ ਤੋਂ ਜ਼ਰੂਰੀ ਜਿਹੜੀ ਇਨਫੋਰਮੇਸ਼ਨ ਯੂਰਪੀਅਨ ਨੈਸ਼ਨਲਸ ਲਈ ਇਹ ਹੈਗੀ ਆ ਕਿ ਜੇ ਤੁਸੀਂ ਪਰਮਾਨੈਂਟ ਰੈਜ਼ੀਡੈਂਸੀ ਲਈ ਹੋਈ ਹੈ ਯੂਕੇ ਦੇ ਵਿੱਚ ਤੇ ਹੁਣ ਤੁਸੀਂ ਬ੍ਰਿਟਿਸ਼ ਨੈਸ਼ਨੈਲਿਟੀ ਲੈਣੀ ਚਾਹੁੰਦੇ ਹੋ ਤਾਂ ਸਭ ਤੋਂ ਜ਼ਰੂਰੀ ਹੈ ਕਿ ਤੁਹਾਨੂੰ ਇੰਗਲਿਸ਼ ਦੇ 2 ਟੈਸਟ ਪਾਸ ਕਰਨੇ ਪੈਣਗੇ ਅੱਛਾ ਜੀ ਲਾਈਫ ਇਨ ਦਾ ਯੂਕੇ ਤੇ B1 ਜੀ ਐਟ ਦਾ ਮੋਮੈਂਟ ਇਹ 2 ਟੈਸਟ ਪਾਸ ਕਰਨੇ ਪੈਂਦੇ ਠੀਕ ਹੈ ਕਿਉਂਕਿ ਬਹੁਤ ਸਾਰੇ ਯੂਰਪੀਅਨ ਨੈਸ਼ਨਲਸ ਦੇ ਵਿੱਚ ਇਹ ਮਿਸਅੰਡਰਸਟੈਂਡਿੰਗ ਹੈ ਕਿ ਜਿਹੜੇ ਯੂਰਪੀਅਨ ਆ ਉਹਨਾਂ ਨੂੰ ਟੈਸਟ ਪਾਸ ਨਹੀਂ ਕਰਨੇ ਪੈਂਦੇ ਜੇ ਤੁਸੀਂ ਬ੍ਰਿਟਿਸ਼ ਨੈਸ਼ਨੈਲਿਟੀ ਲੈਣੀ ਆ ਤੇ ਤੁਹਾਡੀ ਉਮਰ 65 ਤੋਂ ਘੱਟ ਆ 65 ਇਅਰਸ ਤੋਂ ਥੱਲੇ ਆ ਤਾਂ ਤੁਹਾਨੂੰ ਲਾਈਫ ਇਨ ਦਾ ਯੂਕੇ ਤੇ B1 ਟੈਸਟ ਹਰ ਕਿਸੇ ਨੂੰ ਪਾਸ ਕਰਨਾ ਪੈਂਦਾ ਇਹਦੇ ਵਿੱਚ ਕੋਈ ਐਕਸੈਪਸ਼ਨ ਨਹੀਂ ਆ ਅਨਲੈਸ ਕਿ ਤੁਹਾਡੇ ਡਾਕਟਰ ਨੇ ਤੁਹਾਨੂੰ ਲੈਟਰ ਦਿੱਤੀ ਆ ਜਾਂ ਮੈਂਟਲ ਹੈਲਥ ਡਿਪਾਰਟਮੈਂਟ ਨੇ ਅਪਰੂਵ ਕੀਤਾ ਕਿ ਤੁਸੀਂ ਮੈਂਟਲੀ ਕੈਪੇਬਲ ਨਹੀਂ ਹੈਗੇ ਪੜ੍ਹਾਈ ਕਰਨ ਦੇ ਜੀ ਤਾਂ ਫਿਰ ਤੁਹਾਨੂੰ ਐਗਜ਼ੈਂਪਸ਼ਨ ਜਿਹੜੀ ਮਿਲ ਜਾਂਦੀ ਅਦਰਵਾਈਜ਼ ਹੋਰ ਕਿਸੇ ਨੂੰ ਕੋਈ ਐਗਜ਼ੈਂਪਸ਼ਨ ਨਹੀਂ ਮਿਲਦੀ ਠੀਕ ਹੈ ਜੀ ਸਭ ਨੂੰ ਇੰਗਲਿਸ਼ ਟੈਸਟ ਪਾਸ ਕਰਨੇ ਪੈਂਦੇ ਠੀਕ ਹੈ ਜੀ ਤੁਸੀਂ ਅਡਾਪਸ਼ਨ ਬਾਰੇ ਵੀ ਜੋ ਤੁਹਾਡੇ ਕੋਲ ਕੇਸਿਸ ਆਉਂਦੇ ਆ ਉਹਨਾਂ ਨੂੰ ਵੀ ਲੁੱਕ ਆਫਟਰ ਕਰਦੇ ਹੋ ਨਹੀਂ ਵਿਕੀ ਦਾ ਵੈਰੀ ਰੇਅਰ ਕੇਸਿਸ ਜਿਹੜੇ ਅਡਾਪਸ਼ਨ ਵਾਲੇ ਆ very rare we do adoption case ਜਿਹੜੇ ਤੁਸੀਂ ਕਿਸ ਤਰ੍ਹਾਂ ਦਾ adoption case ਦੀ ਗੱਲ like if you adoption from abroad yes ਹਾਂਜੀ ਜੇ ਤੁਸੀਂ ਮੰਨ ਲਓ ਐਜ਼ ਅ ਯੂਰਪੀਅਨ ਨੈਸ਼ਨਲ ਹੋ ਤੁਸੀਂ ਮੰਨ ਲਓ ਤਾਂ ਤੁਸੀਂ ਕੋਈ ਬੱਚਾ ਅਡਾਪਟ ਕੀਤਾ ਇੰਡੀਆ ਤੋਂ ਜੀ ਹਾਂ ਉਹ ਤੁਸੀਂ ਮੰਗਾ ਸਕਦੇ ਤੁਸੀਂ ਇੰਡੀਆ ਜਾ ਕੇ ਨਾ ਕੋਰਟ ਦੇ ਵਿੱਚ ਅਡਾਪਸ਼ਨ ਪੇਪਰ ਤਿਆਰ ਕਰਾਣੇ ਆ ਜੀ ਤੁਸੀਂ ਯੂਰਪੀਅਨ ਨੈਸ਼ਨਲ ਕਿਹਾ ਹੈ ਨਾਟ ਬ੍ਰਿਟਿਸ਼ ਨੈਸ਼ਨਲਸ ਹਾਂਜੀ ਬ੍ਰਿਟਿਸ਼ ਨੈਸ਼ਨਲ ਵੀ ਕਰ ਸਕਦੇ ਆ ਜੀ ਪ੍ਰੋਪਰ ਅਡਾਪਸ਼ਨ ਕਰਕੇ ਨਾ ਤੁਸੀਂ ਅਡਾਪਸ਼ਨ ਡੀਡ ਬਣਦੀ ਆ ਇੰਡੀਆ ਦੇ ਵਿੱਚ ਜਾ ਕੇ ਜਿੱਥੇ ਬੱਚਾ ਹੈ ਜੀ ਹਾਂ ਉੱਥੇ ਡੀਡ ਬਣੇਗੀ ਬੱਚੇ ਕੋਲ ਪਾਸਪੋਰਟ ਹੋਏਗਾ ਉਹਦਾ ਬਰਥ ਸਰਟੀਫਿਕੇਟ ਹੋਏਗਾ ਜੀ ਪਲੱਸ ਜਿਹੜੇ ਉਹਦੇ ਪੇਰੈਂਟਸ ਹੈਗੇ ਜਿਹਦੇ ਉਹਦੇ ਬਾਇਓਲੋਜੀਕਲ ਪੇਰੈਂਟਸ ਵੱਲੋਂ ਪਰਮਿਸ਼ਨ ਲੈਣੀ ਪੈਂਦੀ ਹੈ ਨਾ ਫਿਰ ਅਡਾਪਸ਼ਨ ਡੀਡ ਬਣਦੀ ਹੈ ਨਾ ਹਾਂਜੀ ਕਿਉਂਕਿ ਤਾਂ ਉਸ ਤੋਂ ਬਾਅਦ ਤੁਸੀਂ ਉਹ ਬੱਚੇ ਦੀ ਐਂਟਰੀ ਕਲੀਅਰੈਂਸ ਦੀ ਐਪਲੀਕੇਸ਼ਨ ਯੂਕੇ ਆਉਣ ਲਈ ਲਾ ਸਕਦੇ ਹਾਊ ਲੌਂਗ ਇਟ ਵਿਲ ਟੇਕ ਇਟ ਡਿਪੈਂਡਸ ਜੇ ਤੁਸੀਂ ਯੂਰਪੀਅਨ ਨੈਸ਼ਨਲ ਹੋ ਤਾਂ ਤੁਹਾਡਾ ਬੱਚਾ ਇੱਥੇ 3 ਵੀਕਾਂ 'ਚ ਵੀ ਆ ਸਕਦਾ ਜੇ ਤੁਸੀਂ ਬ੍ਰਿਟਿਸ਼ ਨੈਸ਼ਨਲ ਹੋ ਤਾਂ 8 ਤੋਂ 10 ਵੀਕਾਂ ਦਾ ਟਾਈਮ ਲੱਗਦਾ ਹਾਂਜੀ ਮੇਬੀ ਮੋਰ ਅੱਛਾ ਜੀ and for that parents will have to have a job here that's right ਹਾਂਜੀ and ਕਿ ਉਹਨਾਂ ਦਾ ਬੇਬੀ ਹੋ ਨਹੀਂ ਸਕਦਾ ਜੀ ਇਹ ਵੀ ਪ੍ਰੂਵ ਕਰਨਾ ਪਏਗਾ ਨਹੀਂ ਜ਼ਰੂਰੀ ਨਹੀਂ ਹੈ ਕੋਈ ਜ਼ਰੂਰੀ ਨਹੀਂ ਹੈ ਕਿ ਕਈ ਤਾਂ ਰੂਲ ਤਾਂ ਇਹੀ ਆ ਵੀ ਤੁਹਾਡਾ ਆਪਣਾ ਬੱਚਾ ਹੈ ਨਹੀਂ ਹੈਗੇ ਆ 2-3 ਮੰਨ ਲਓ ਤੁਹਾਡੇ ਬੱਚੇ ਤੁਸੀਂ ਕਿਉਂ ਅਡਾਪਟ ਕਰੋਗੇ ਠੀਕ ਹੈ ਨਾ ਹਾਂਜੀ ਪਰ ਇਹ ਤਾਂ ਬੇਸਿਕ ਰੂਲ ਹੈਗਾ ਹੀ ਆ ਪਰ ਮੰਨ ਲਓ ਤੁਹਾਡਾ ਇੱਕ ਬੱਚਾ ਤੁਸੀਂ ਹੋਰ ਵੀ ਅਡਾਪਟ ਕਰ ਸਕਦੇ ਕੋਈ ਐਸੀ ਅਡਾਪਸ਼ਨ ਸਾਡੀ ਏਸ਼ੀਅਨ ਸੋਸਾਇਟੀ 'ਚ ਹੁੰਦੇ ਰਹੇ ਹੈ ਇਨ ਪਾਸਟ ਐਜ਼ ਵੈਲ ਔਰ ਫਿਊਚਰ ਵਿੱਚ ਵੀ ਹੋਣਗੇ ਲਾਈਕ ਪਹਿਲੇ ਕਹਿੰਦੇ ਹੁੰਦੇ ਸੀ ਬਣਾਉਟ ਬਣਾਇਆ
तो बहुत सारे इंडियन पेरेंट्स ਜਿਹੜੇ ਹਾਲੇ ਵੀ ਇੱਥੇ ਕਈ ਬੱਚਿਆਂ ਨੂੰ ਗਰੀਬੀ ਤੋਂ ਕੱਢਣ ਵਾਸਤੇ ਕਹਿੰਦੇ ਅਸੀਂ ਅਡਾਪਟ ਕਰ ਲਾਂਗੇ। ਜੀ ਜੀ, आई थिंक आवर टाइम इज रनिंग आउट विकी। दिल के दिल में रह गई क्या क्या जवानी सह गई, लेकिन फिर भी अगला हफ्ता बहुत जल्दी ही आ जाएगा और अगले हफ्ते आपको लीगल गाइडेंस प्रोग्राम देखने के लिए संगत टेलीविजन पर मिलेगा। संगत टेलीविजन ते तुसी टेलीफोन करके अपना तुहाडा जो भी सवाल है वो दस सकते हो और मतलब कि अपना नाम और टेलीफोन नंबर तुसी उत्थे लिख दो तो वकील साहब तुहानू वादा कर दें कि ज़रूर वापस टेलीफोन करेंगे। व्हाट्सएप का जिहड़ा स्क्रीन ते नंबर आंदा है उहदा तो बहुत ईजी है, तुसी फ़ोन करके गल भी कर सकते हो और उहदे अलावा तुसी उत्थे अपना टेक्स्ट मैसेज भी छड़ सकते हो। कोई तुहानू बरगलावे ना, इस करके वकील साहब ने ये सर्विस शुरू की है कि तुसी किसी भी वेले इन्हां दे ऑफिस बिटवीन 9 and 5 आ सकते हो और आके जिहड़ा तुहाडा सवाल है इन्हां कोलों पुछ सकते हो या फिर तुसी उत्थे टेलीफोन करके भी अपने माइंड जिहड़ी भी उलझन है उन्होंने क्लीयर कर सकते हो। ਉਹਦਾ एड्रेस इज़ वेरी सिंपल, 17 स्कूल रोड, हॉल ग्रीन, बर्मिंघम। अगले हफ्ते एक बार फिर आज ही के दिन आज ही के समय मुलाकात होगी। तब तक वास्ते वकील साहब सत श्री अकाल। सत श्री अकाल।